ਸ਼ੇਰਨੀ ਸ਼ੇਰਨੀ ਰਹਿੰਦੀ ਹੈ, ਭਾਵੇਂ ਖੁੱਲ੍ਹੇ ਜੰਗਲ ਵਿੱਚ ਹੋਵੇ, ਭਾਵੇਂ ਕਿਸੇ ਸ਼ਿਕਾਰੀ ਦੇ ਪਿੰਜਰੇ ਵਿੱਚ। ਉਹ ਹੌਂਸਲਾ ਨਹੀਂ ਹਾਰਦੀ, ਆਪਣੇ ਅਸਲੇ ਤੋਂ ਦੂਰ ਨਹੀਂ ਜਾਂਦੀ। ਬਹਾਦਰ ਸ਼ਰਨ ਕੌਰ ਹੁਣ ਸਿੰਘਣੀ ਸੀ, ਭੀਮ ਬਲੀ ਸਿੰਘ ਦੀ ਸਿੰਘਣੀ। ਉਹ ਨਿਰਭੈ ਤੇ ਨਿਰਮਲ ਦੇਵੀ ਸੀ। ਉਸਦਾ ਚਲਨ ਸੱਚਾ ਸੀ। ਵੈਸ਼ੀ ਪਠਾਨਾਂ ਵਿੱਚ ਆਪਣੇ ਆਪ ਤੇ ਆਪਣੀ ਜੀਵਨ ਪਵਿੱਤਰਤਾ ਨੂੰ ਬਚਾ ਕੇ ਆਈ ਸੀ। ਜਾਸੂਸੀ ਦੇ ਕੰਮ ਵਿੱਚ ਸੰਪੂਰਨ ਸੀ। ਉਸਨੂੰ ਧੋਖੇ ਦੇ ਜਾਲ ਵਿੱਚ ਫਸਾਉਣਾ ਅਸੰਭਵ ਸੀ, ਪਰ ਉਹ ਚਲਾਕ, ਮਕਾਰ ਤੇ ਖਾਲਸਾ ਰਾਜ ਦੇ ਗੁਪਤ ਦੁਸ਼ਮਣ ਧਿਆਨ ਸਿੰਘ ਦੇ ਪੰਜੇ ਵਿੱਚ ਆ ਗਈ। ਧਿਆਨ ਸਿੰਘ ਨੇ ਆਪਣੇ ਆਪ ਸ਼ਰਨ ਕੌਰ ਨੂੰ ਕੈਦ ਕਰ ਲਿਆ। ਰਾਤ ਦੇ ਸਮੇਂ ਸ਼ਰਨ ਕੌਰ ਧਿਆਨ ਸਿੰਘ ਦੀ ਹਵੇਲੀ ਦੇ ਇੱਕ ਕਮਰੇ ਵਿੱਚ ਇਕੱਲੀ ਬੈਠੀ ਸੀ। ਉਸਨੂੰ ਬਿਲਕੁਲ ਗਿਆਨ ਨਹੀਂ ਸੀ ਕਿ ਉਹ ਕੈਦਣ ਬਣ ਚੁੱਕੀ ਹੈ ਜਾਂ ਉਸ ਨਾਲ ਕੋਈ ਫਰੇਬ ਦੀ ਖੇਡ ਖੇਡੀ ਜਾ ਰਹੀ ਹੈ, ਕਿਉਂਕਿ 4-5 ਮਿੰਟ ਪਹਿਲਾਂ ਉਸਦੇ ਕੋਲ ਰਾਜਾ ਧਿਆਨ ਸਿੰਘ ਦੀ ਵਹੁਟੀ ਪਾਰਬਤੀ ਤੇ ਹੋਰ ਇਸਤਰੀਆਂ ਉੱਠ ਕੇ ਗਈਆਂ ਸਨ। ਉਹ ਸ਼ਰਨ ਕੌਰ ਨਾਲ ਗੱਲਾਂ ਕਰਦੀਆਂ ਹੋਈਆਂ ਸ਼ਰਨ ਕੌਰ ਦੇ ਰੂਪ, ਜਵਾਨੀ, ਅਕਲ ਅਤੇ ਬਹਾਦਰੀ ਦੀ ਵੀ ਉਪਮਾ ਕਰੀ ਜਾਂਦੀਆਂ ਸਨ। ਧੋਖੇ ਦਾ ਕੋਈ ਨਿਸ਼ਾਨ ਪ੍ਰਗਟ ਨਹੀਂ ਸੀ ਹੋਣ ਦਿੱਤਾ। ਨਿਰਮਲ ਆਤਮਾ ਸ਼ਰਨ ਕੌਰ ਧਿਆਨ ਸਿੰਘ ਤੇ ਹੋਰ ਕਰਮਚਾਰੀ ਸਿੱਖਾਂ ਨੂੰ ਖਾਲਸਾ ਰਾਜ ਦੇ ਸੱਚੇ ਸਿਪਾਹੀ ਤੇ ਸੇਵਕ ਸਮਝਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਛੱਡਣ ਪਿੱਛੋਂ ਧਿਆਨ ਸਿੰਘ ਨੇ ਕੋਈ ਐਸੀ ਹਰਕਤ ਨਹੀਂ ਸੀ ਕੀਤੀ ਜਿਸ ਨਾਲ ਸ਼ਰਨ ਕੌਰ ਨੂੰ ਸ਼ੱਕ ਪਵੇ ਕਿ ਧਿਆਨ ਸਿੰਘ ਉਹਦਾ ਜਾਂ ਰਾਜ ਦਾ ਦੁਸ਼ਮਣ ਹੈ। ਖੁਰਾਕ ਤੇ ਰਹਿਣ ਦਾ ਯੋਗ ਪ੍ਰਬੰਧ ਕੀਤਾ ਸੀ। ਉਸ ਦਿਨ ਸਵੇਰੇ ਹੀ ਧਿਆਨ ਸਿੰਘ ਦੀਆਂ ਭੇਜੀਆਂ ਹੋਈਆਂ 2 ਗੋਲੀਆਂ ਸ਼ਰਨ ਕੌਰ ਦੇ ਕੋਲ ਪੁੱਜੀਆਂ। ਉਹਨਾਂ ਨੇ ਸੁਨੇਹਾ ਦਿੱਤਾ, ਬੀਬੀ ਜੀ, ਆਪ ਨੂੰ ਰਾਣੀ ਸਾਹਿਬਾਂ ਰਾਜਾ ਧਿਆਨ ਸਿੰਘ ਦੀ ਵਹੁਟੀ ਬੁਲਾਉਂਦੀ ਹੈ। ਉਹ ਆਪ ਨੂੰ ਦੇਖਣਾ ਚਾਹੁੰਦੇ ਨੇ, ਹੁਣੇ ਹੀ ਸਾਡੇ ਨਾਲ ਚੱਲੋ। ਇਹ ਸੁਨੇਹਾ ਸੁਣਦੇ ਸਾਰ ਬੀਬੀ ਸ਼ਰਨ ਕੌਰ ਉਹਨਾਂ ਦੇ ਨਾਲ ਤਿਆਰ ਹੋ ਪਈ ਤੇ ਸ਼ਾਹੀ ਕਿਲ੍ਹੇ ਵਿੱਚੋਂ ਨਿਕਲ ਕੇ ਧਿਆਨ ਸਿੰਘ ਦੀ ਹਵੇਲੀ ਵਿੱਚ ਪੁੱਜੀ। ਧਿਆਨ ਸਿੰਘ ਦੀ ਹਵੇਲੀ ਉਸ ਵੇਲੇ ਦੂਸਰਾ ਸ਼ਾਹੀ ਕਿਲ੍ਹਾ ਸੀ। ਸਾਰਾ ਦਿਨ ਹਵੇਲੀ ਵਿੱਚ ਰਹੀ। ਸੂਰਜ ਡੁੱਬ ਗਿਆ। ਰਾਤ ਦਾ ਕਾਲਾ ਪੜਦਾ ਸਾਰੇ ਛਾ ਗਿਆ, ਪਰ ਕਿਸੇ ਨੇ ਸ਼ਰਨ ਕੌਰ ਨੂੰ ਹਵੇਲੀ ਵਿੱਚੋਂ ਬਾਹਰ ਨਾ ਜਾਣ ਦਿੱਤਾ। ਇਸ ਲੰਮੇਰੇ ਸਮੇਂ ਵਿੱਚ ਧਿਆਨ ਸਿੰਘ ਸ਼ਰਨ ਕੌਰ ਦੇ ਮੱਥੇ ਨਹੀਂ ਲੱਗਾ। ਜਿਸ ਕਮਰੇ ਵਿੱਚ ਸ਼ਰਨ ਕੌਰ ਬੈਠੀ ਸੀ, ਸਵੇਰ ਤੋਂ ਸ਼ਾਮ ਤੱਕ ਉਸ ਕਮਰੇ ਵਿੱਚ ਰੌਣਕ ਰਹੀ। ਧਿਆਨ ਸਿੰਘ ਦੀਆਂ ਰਾਣੀਆਂ ਤੇ ਗੋਲੀਆਂ ਸ਼ਰਨ ਕੌਰ ਨਾਲ ਗੱਲਾਂ ਕਰਦੀਆਂ ਰਹੀਆਂ, ਪਰ ਸੂਰਜ ਦੇ ਚਾਨਣ ਦੇ ਨਾਲ ਹੀ ਇੱਕੜ ਦੁੱਕੜ ਉਹ ਸਾਰੀਆਂ ਅਲੋਪ ਹੋਣ ਲੱਗੀਆਂ। ਸਿਰਫ ਇੱਕੋ ਗੋਲੀ ਕੋਲ ਰਹਿ ਗਈ। ਆਖਰ ਐਸਾ ਸਮਾਂ ਆਇਆ ਕਿ ਉਹ ਵੀ ਸ਼ਰਨ ਕੌਰ ਕੋਲੋਂ ਉੱਠ ਕੇ ਚਲੀ ਗਈ। ਉਹ ਜਾਂਦੀ ਹੋਈ ਸਿਰਫ ਇਹ ਆਖ ਗਈ, ਮੈਂ ਤੁਹਾਡੇ ਵਾਸਤੇ ਖਾਣਾ ਲਿਆਉਂਦੀ ਹਾਂ। ਅੱਗੋਂ ਸ਼ਰਨ ਕੌਰ ਨੇ ਉੱਤਰ ਦਿੱਤਾ, ਮੈਨੂੰ ਭੁੱਖ ਨਹੀਂ, ਮੈਂ ਤਾਂ ਹੁਣ ਜਾਣਾ ਚਾਹੁੰਦੀ ਹਾਂ, ਮੈਨੂੰ ਛੱਡ ਆਓ। ਉਹ ਉਡੀਕਦੇ ਹੋਣਗੇ। ਪਰ ਗੋਲੀ ਸ਼ਰਨ ਕੌਰ ਦੇ ਬੋਲ ਅਣਸੁਣਿਆ ਹੀ ਬਾਹਰ ਨੂੰ ਨੱਸ ਗਈ। ਪਲ ਵਿੱਚ ਦੀ ਅੱਖਾਂ ਤੋਂ ਓਹਲੇ ਹੋ ਗਈ। ਗੋਲੀ ਦੇ ਤੁਰ ਜਾਣ ਪਿੱਛੋਂ ਸ਼ਰਨ ਕੌਰ ਮੰਜੇ ਤੋਂ ਉੱਠੀ ਤੇ ਕਮਰੇ ਵਿੱਚ ਟਹਿਲਣ ਲੱਗ ਪਈ। ਅਜੇ 1 ਚੱਕਰ ਹੀ ਤੁਰੀ ਹੋਵੇਗੀ ਕਿ ਅਚਾਨਕ ਧਿਆਨ ਸਿੰਘ ਉਹਦੇ ਕਮਰੇ ਅੰਦਰ ਆ ਖਲੋਤਾ। ਧਿਆਨ ਸਿੰਘ ਨੂੰ ਦੇਖ ਕੇ ਸ਼ਰਨ ਕੌਰ ਖਲੋ ਗਈ। ਖਲੋਤੀ ਹੋਈ ਧਿਆਨ ਸਿੰਘ ਵੱਲ ਹੈਰਾਨੀ ਨਾਲ ਦੇਖਣ ਲੱਗੀ। ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਕੁਵੇਲੇ ਤੁਹਾਨੂੰ ਬੁਰੀ ਖਬਰ ਸੁਣਾਉਣ ਲੱਗਾ ਹਾਂ। ਧਿਆਨ ਸਿੰਘ ਬਹੁਤਾ ਚਿਰ ਚੁੱਪ ਖਲੋਤਾ ਨਾ ਰਹਿ ਸਕਿਆ। ਕੈਸੀ ਬੁਰੀ ਖਬਰ? ਕੀ ਹੋ ਗਿਆ? ਸ਼ਰਨ ਕੌਰ ਨੇ ਕਾਹਲੀ ਨਾਲ ਪੁੱਛਿਆ। ਬੈਠ ਜਾਓ, ਦੱਸਦਾ ਹਾਂ। ਮੈਂ ਤਾਂ ਖੁਦ ਹੈਰਾਨ ਹਾਂ ਕਿ ਕੀ ਹੋ ਗਿਆ, ਧਿਆਨ ਸਿੰਘ ਬੋਲਿਆ। ਸ਼ਰਨ ਕੌਰ ਹੈਰਾਨੀ ਨਾਲ ਧਿਆਨ ਸਿੰਘ ਦੇ ਚਿਹਰੇ ਵੱਲ ਦੇਖਣ ਲੱਗ ਪਈ। ਉਹ ਸੋਚਣ ਲੱਗੀ ਕਿ ਕੀ ਭਾਣਾ ਵਰਤ ਗਿਆ ਜਿਸ ਨਾਲ ਧਿਆਨ ਸਿੰਘ ਜਿਹਾ ਪੁਰਸ਼ ਘਬਰਾ ਗਿਆ। ਮਾਮਲਾ ਇਹ ਹੈ, ਧਿਆਨ ਸਿੰਘ ਬੋਲੀ ਗਿਆ, ਸਰਕਾਰ ਦਾ ਭੇਜਿਆ ਹੋਇਆ ਹਲਕਾਰਾ ਇੱਕ ਜ਼ਰੂਰੀ ਸਰਕਾਰੀ ਹੁਕਮ ਲੈ ਕੇ ਪੁੱਜਿਆ ਹੈ। ਕੈਸਾ ਹੁਕਮ? ਬੀਬੀ ਸ਼ਰਨ ਕੌਰ ਨੇ ਪੁੱਛਿਆ। ਉਹ ਹੁਕਮ ਐਸਾ ਹੈ ਜਿਸ ਨੂੰ ਸੁਣਾਉਣਾ ਵੀ ਔਖਾ ਹੈ, ਪਰ ਮੈਂ ਕੀ ਕਰਾਂ। ਹੁਕਮ ਸਰਕਾਰ ਦਾ ਰੋਕਿਆ ਨਹੀਂ ਜਾ ਸਕਦਾ, ਪਰ ਹੁਕਮ ਬਹੁਤ ਮਾੜਾ ਹੈ। ਮਾੜਾ ਹੈ ਜਾਂ ਚੰਗਾ, ਜੋ ਸਰਕਾਰ ਦਾ ਹੁਕਮ ਹੈ ਉਸਦੇ ਸੁਣਨ ਤੇ ਸੁਣਾਉਣ ਵਿੱਚ ਝਿਜਕ ਨਹੀਂ ਹੋਣੀ ਚਾਹੀਦੀ। ਸਰਕਾਰ ਵੱਲੋਂ ਬੁਰਾ ਹੁਕਮ ਨਹੀਂ ਦਿੱਤਾ ਜਾ ਸਕਦਾ। ਸਾਡੀ ਸਰਕਾਰ ਐਸੀ ਨਹੀਂ ਜੋ ਪਰਜਾ ਵਾਸਤੇ ਬੁਰਾ ਚਿਤਵੇ, ਸ਼ਰਨ ਕੌਰ ਦਾ ਉੱਤਰ ਸੀ। ਪਰ ਉਹਨਾਂ ਨੇ ਲਿਖਿਆ ਹੈ ਕਿ ਸ਼ਰਨ ਕੌਰ ਤੇ ਭੀਮ ਬਲੀ ਸਿੰਘ ਨੂੰ ਸਜ਼ਾ-ਏ-ਮੌਤ ਦਿੱਤੀ ਜਾਵੇ। ਪਤਾ ਨਹੀਂ ਕਿਉਂ। ਇੰਜ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਨੂੰ ਜਮਰੌਦ ਪੁੱਜਦੇ ਸਾਰ ਕਿਸੇ ਨੇ ਤੁਹਾਡੇ ਬਾਰੇ ਕੋਈ ਸ਼ਿਕਾਇਤ ਕੀਤੀ ਹੈ। ਧਿਆਨ ਸਿੰਘ ਨੇ ਆਖ ਹੀ ਦਿੱਤਾ ਜੋ ਉਹ ਆਖਣਾ ਚਾਹੁੰਦਾ ਸੀ। ਫਰੇਬੀ ਧਿਆਨ ਸਿੰਘ ਦੇ ਮੂੰਹੋਂ ਸਜ਼ਾ-ਏ-ਮੌਤ ਦਾ ਹੁਕਮ ਸੁਣ ਕੇ ਸ਼ਰਨ ਕੌਰ ਘਬਰਾਈ ਨਹੀਂ, ਡੋਲੀ ਨਹੀਂ। ਉਹਦੇ ਚਿਹਰੇ ਦਾ ਰੰਗ ਨਹੀਂ ਬਦਲਿਆ। ਉਸ ਦੀਆਂ ਅੱਖਾਂ ਦੀ ਜੋਤ ਮੱਧਮ ਨਹੀਂ ਹੋਈ। ਉਹ ਸਗੋਂ ਪੂਰੀ ਜੋਤਨਾ ਨਾਲ ਧਿਆਨ ਸਿੰਘ ਦੇ ਚਿਹਰੇ ਵੱਲ ਦੇਖ ਕੇ ਇਹ ਅਨੁਭਵ ਕਰਨ ਦਾ ਯਤਨ ਕਰ ਰਹੀ ਸੀ
ਕਿ ਜੋ ਕੁਝ ਉਸਨੇ ਆਖਿਆ ਹੈ ਉਹ ਸੱਚ ਹੈ ਜਾਂ ਝੂਠ। ਜੇ ਸਰਕਾਰ ਦੇ ਹੁਕਮ ਨਾਲ ਸਜ਼ਾ ਮੌਤ ਮਿਲੇ, ਇਸ ਨਾਲੋਂ ਹੋਰ ਕੀ ਚੰਗਾ ਹੈ। ਜਨਮ ਸਫਲ ਹੋ ਜਾਵੇ। ਸਰਕਾਰ ਦੇ ਇੱਕ ਜਰਨੈਲ ਨੇ ਮੇਰੀ ਜਾਨ ਬਚਾਈ ਸੀ। ਅਸਾਂ ਦੋਹਾਂ ਜੀਆਂ ਨੂੰ ਜੀਵਨ ਦਾਨ ਬਖਸ਼ਿਆ ਸੀ। ਉਸੇ ਦਿਨ ਤੋਂ ਅਸੀਂ ਖਾਲਸਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਦੇ ਸੇਵਕ ਹਾਂ। ਜਿਉਣਾ ਤੇ ਮਰਨਾ ਉਹਨਾਂ ਬਦਲੇ ਹੈ। ਜੇ ਹੁਕਮ ਆਇਆ ਹੈ ਤਾਂ ਹੁਣੇ ਚੱਲੋ, ਹੁਣੇ ਗੋਲੀ ਮਾਰੋ। ਅਸੀਂ ਮੌਤ ਕੋਲੋਂ ਨਹੀਂ ਡਰਦੇ। ਜਿਉਣਾ ਝੂਠ ਤੇ ਮਰਨਾ ਸੱਚ ਹੈ। ਸ਼ਰਨ ਕੌਰ ਨੇ ਨਿਰਭੈਤਾ ਭਰੇ ਲਹਿਜ਼ੇ ਵਿੱਚ ਖੁਸ਼ੀ ਨਾਲ ਆਖਿਆ। ਪਰ ਤੁਹਾਡੇ ਪਤੀ ਭੀਮ ਸਿੰਘ ਤਾਂ ਮੌਤ ਦਾ ਸੰਦੇਸ਼ ਸੁਣ ਕੇ ਇੰਨੇ ਘਬਰਾ ਗਏ ਨੇ ਕਿ ਉਹਨਾਂ ਦਾ ਤਾਂ ਦਿਮਾਗ ਖਰਾਬ ਹੋ ਗਿਆ ਹੈ। ਉਹ ਪਾਗਲ ਹੋ ਗਏ ਨੇ। ਮੈਂ ਨਹੀਂ ਮੰਨ ਸਕਦੀ ਮੇਰਾ ਪਤੀ ਮੌਤ ਦਾ ਨਾਂ ਸੁਣ ਕੇ ਘਬਰਾਵੇ। ਉਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤਪਾਨ ਕੀਤਾ ਹੈ। ਉਹ ਗੁਰੂ ਦਾ ਸਿੰਘ ਹੈ। ਗੁਰੂ ਦਾ ਸਿੰਘ ਮੌਤ ਕੋਲੋਂ ਨਹੀਂ ਡਰਦਾ। ਮੈਂ ਕਦੀ ਨਹੀਂ ਮੰਨ ਸਕਦੀ ਕਿ ਉਹ ਘਬਰਾ ਗਏ ਨੇ। ਚਲੋ, ਮੈਂ ਚੱਲ ਕੇ ਉਹਨਾਂ ਦਾ ਹਾਲ ਅੱਖੀਂ ਦੇਖਣਾ ਚਾਹੁੰਦੀ ਹਾਂ। ਜੋਸ਼ ਵਿੱਚ ਨਾ ਆ, ਧੀਰਜ ਕਰ, ਸੋਚ, ਬੈਠ ਜਾ। ਇਹ ਠੀਕ ਹੈ, ਮਰਨਾ ਸੌਖਾ ਹੈ, ਪਰ ਜਿਉਣਾ ਵੀ ਤਾਂ ਚੰਗਾ ਹੈ। ਆਪਣੀ ਜਵਾਨੀ ਵੱਲ ਦੇਖ। ਤੁਹਾਡੀ ਮੌਤ ਮੇਰੇ ਹੱਥ ਹੈ। ਜੇ ਮੈਂ ਖੁਸ਼ ਰਹਾਂ ਤਾਂ ਖਾਲਸਾ ਰਾਜ ਵਿੱਚ ਕਿਸੇ ਨੂੰ ਮੌਤ ਡੰਨ ਨਹੀਂ ਮਿਲ ਸਕਦਾ। ਜੇ ਮੈਂ ਕਿਸੇ ਨਾਲ ਗੁੱਸੇ ਹੋ ਜਾਵਾਂ ਤਾਂ ਉਸ ਨੂੰ ਕੋਈ ਬਚਾ ਨਹੀਂ ਸਕਦਾ। ਅੱਛਾ, ਤਾਂ ਤੁਸੀਂ ਧਰਮਰਾਜੇ ਜੇ? ਹਾਂ, ਮੈਂ ਧਰਮਰਾਜ ਹਾਂ, ਜਮਦੂਤ। ਮੈਨੂੰ ਚਿੰਤਾ ਨਹੀਂ, ਮੈਂ ਮਰਨ ਨੂੰ ਤਿਆਰ ਹਾਂ। ਮੈਂ ਮੌਤ ਨੂੰ ਜੀਵਨ ਨਾਲੋਂ ਚੰਗਾ ਸਮਝਦੀ ਹਾਂ। ਮੈਨੂੰ ਜਾਣ ਦਿਓ, ਮੈਨੂੰ ਕਿਲ੍ਹੇ ਵਿੱਚ ਲੈ ਚੱਲੋ, ਸ਼ੇਰਨੀ ਵਾਂਗ ਕੁੱਦ ਕੇ ਸ਼ਰਨ ਕੌਰ ਨੇ ਆਖਿਆ। ਉਸਨੂੰ ਪੂਰਾ ਗਿਆਨ ਹੋ ਗਿਆ ਕਿ ਉਸ ਦੇ ਨਾਲ ਧੋਖਾ ਹੋ ਰਿਹਾ ਹੈ। ਜ਼ਰੂਰ ਉਸ ਨਾਲ ਕੋਈ ਨਾ ਕੋਈ ਧੱਕਾ ਜਾਂ ਜ਼ੁਲਮ ਹੋਵੇਗਾ। ਹੋ ਸਕਦਾ ਹੈ ਕਿ ਧਿਆਨ ਸਿੰਘ ਇਹ ਬਦਲਾ ਲੈਣਾ ਚਾਹੁੰਦਾ ਹੋਵੇ ਕਿ ਸ਼ਰਨ ਕੌਰ ਨੇ ਸਰਦਾਰ ਮਹਾਂ ਸਿੰਘ ਦੇ ਖਤ ਨੂੰ ਸਰਦਾਰ ਰਣਜੀਤ ਸਿੰਘ ਤੱਕ ਕਿਉਂ ਪਹੁੰਚਾਇਆ ਹੈ। ਕ੍ਰੋਧ ਤੇ ਹੈਰਾਨੀ ਦੇ ਵਲਵਲੇ ਨਾਲ ਸ਼ਰਨ ਕੌਰ ਦਾ ਸਾਰਾ ਤਨ ਕੰਬਣ ਲੱਗ ਪਿਆ। ਉਸਦੇ ਨੈਣ ਮਸਾਲਾ ਵਾਂਗ ਬਲਣ ਲੱਗ ਪਏ। ਉਹ ਪਾਪੀ ਤੇ ਫਰੇਬੀ ਧਿਆਨ ਸਿੰਘ ਨੂੰ ਸ਼ੇਰਨੀ ਦੀ ਤਰ੍ਹਾਂ ਚੀਰ ਸੁੱਟਣਾ ਚਾਹੁੰਦੀ ਸੀ। ਰੂਪਵਤੀ, ਆਪਣੇ ਰੂਪ ਵੱਲ ਦੇਖ ਤੇ ਮੇਰੇ ਪ੍ਰਤਾਪ ਵੱਲ। ਖਾਲਸਾ ਰਾਜ ਵਿੱਚ ਮਹਾਰਾਜੇ ਨਾਲੋਂ ਦੂਸਰਾ ਦਰਜਾ ਹੈ ਮੇਰਾ। ਦੌਲਤ ਤੇ ਸ਼ਕਤੀ ਮੇਰੇ ਕੋਲ ਹੈ। ਮੈਂ ਤੁਸਾਂ ਦੋਹਾਂ ਜੀਆਂ ਨੂੰ ਉਸੇ ਦਿਨ ਮਰਵਾ ਦੇਣਾ ਸੀ ਜਿਸ ਦਿਨ ਤੁਸੀਂ ਲਾਹੌਰ ਪੁੱਜੇ ਸੀ, ਪਰ ਮੈਂ ਤੇਰੇ ਜੋਬਨ ਤੇ ਰੂਪ ਉੱਤੇ ਤਰਸ ਖਾ ਗਿਆ। ਮੈਨੂੰ ਤੂੰ ਚੰਗੀ ਲੱਗਦੀ ਹੈ। ਚੰਗੀ ਲੱਗਦੀ ਹੈ ਸ਼ਬਦ ਅਜੇ ਧਿਆਨ ਸਿੰਘ ਦੇ ਬੁੱਲ੍ਹਾਂ ਤੋਂ ਬਾਹਰ ਨਹੀਂ ਸਨ ਆਏ ਕਿ ਕ੍ਰੋਧ ਤੇ ਜੋਸ਼ ਨਾਲ ਪਾਗਲ ਹੋ ਕੇ ਬਹਾਦਰ ਸ਼ਰਨ ਕੌਰ ਨੇ ਧਿਆਨ ਸਿੰਘ ਦੇ ਮੂੰਹ ਉੱਤੇ ਜ਼ੋਰ ਨਾਲ ਚਪੇੜ ਮਾਰੀ। ਚਪੇੜ ਦੇ ਧਮਾਕੇ ਨਾਲ ਹੀ ਬੋਲੀ, ਚੰਡਾਲ, ਬੁੱਕਲ ਦੇ ਸੱਪ, ਅਕ੍ਰਿਤਕਣ, ਮੈਨੂੰ ਤੂੰ ਕੀ ਸਮਝਿਆ? ਮੈਂ ਆਪ ਮਰ ਜਾਵਾਂਗੀ ਪਰ ਤੇਰੇ ਜੀਵਨ ਦਾ ਵੀ ਅੰਤ ਕਰ ਦਿਆਂਗੀ। ਦੁਸ਼ਟ, ਪਾਪ ਕਰਨ ਬਦਲੇ ਸਵੇਰ ਦਾ ਮਾਇਆ ਜਾਲ ਤਾਣਿਆ ਹੋਇਆ ਸੀ। ਮੇਰੇ ਰਾਹ ਅੱਗੋਂ ਹਟ ਜਾ। ਮੈਂ ਚੰਡੀ ਹਾਂ। ਤੇਰਾ ਪੇਟ ਚੀਰ ਸੁੱਟਾਂਗੀ। ਤੇਰੀ ਜ਼ੁਬਾਨ ਖਿੱਚ ਲਵਾਂਗੀ ਜੋ ਮੰਦਾ ਬੋਲ ਰਹੀ ਹੈ। ਹਟ ਜਾ ਪਾਪੀ, ਹਟ ਜਾ। ਧਿਆਨ ਸਿੰਘ ਕਮਰੇ ਦੇ ਦਰਵਾਜ਼ੇ ਅੱਗੇ ਖਲੋਤਾ ਸੀ। ਉਸਦੇ ਪਾਸੇ ਹੋਣ ਤੋਂ ਬਿਨਾਂ ਦਰਵਾਜ਼ਾ ਨਹੀਂ ਸੀ ਖੁੱਲ੍ਹ ਸਕਦਾ। ਮਸ਼ੀਨ ਦੀ ਤਰ੍ਹਾਂ ਕਾਲੀ ਕਾਲੀ ਸ਼ਰਨ ਕੌਰ ਨੇ ਇੱਕ ਚਪੇੜ ਹੋਰ ਮਾਰ ਦਿੱਤੀ। ਉਸ ਚਪੇੜ ਨੇ ਧਿਆਨ ਸਿੰਘ ਦੇ ਅੰਦਰ ਤਬਦੀਲੀ ਲਿਆ ਦਿੱਤੀ। ਉਹ ਵੀ ਨਿਰਾਦਰ ਸਹਿ ਨਾ ਸਕਿਆ। ਮਰਦ ਸੀ, ਫੌਜੀ ਸਿਪਾਹੀ ਰਹਿ ਚੁੱਕਿਆ ਸੀ। ਬਦਲੇ ਦੀ ਰੂਹ ਜਾਗ ਪਈ। ਉਸਨੇ ਜ਼ੋਰ ਨਾਲ ਸ਼ਰਨ ਕੌਰ ਨੂੰ ਧੱਕਾ ਮਾਰਿਆ। ਉਹ ਧੱਕੇ ਨੂੰ ਨਾ ਝੱਲਦੀ ਹੋਈ ਸ਼ਰਨ ਕੌਰ ਪਿੱਛੇ ਡਿੱਗ ਪਈ। ਇਸ ਸਮੇਂ ਵਿੱਚ ਧਿਆਨ ਸਿੰਘ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਕੁੰਡਾ ਮਾਰ ਕੇ ਅੱਗੇ ਵਧਿਆ। ਕਪਰਦੰਦ ਵਿੱਚੋਂ ਖੰਜਰ ਕੱਢ ਕੇ ਦੰਦੀਆਂ ਪੀਂਦਾ ਹੋਇਆ ਆਖਦਾ ਗਿਆ। ਧਿਆਨ ਸਿੰਘ ਨੇ ਜਿਸ ਨੂੰ ਵੀ ਮਾਰਨਾ ਚਾਹਿਆ ਉਹ ਬਚਿਆ ਨਹੀਂ। ਮੇਰੀ ਨਿਰਾਦਰੀ ਕਰਕੇ ਤੂੰ ਬਚ ਜਾਵੇਂ? ਮੈਂ ਤੈਨੂੰ ਮਾਰ ਸੁੱਟਣਾ ਹੈ। ਇੰਨੇ ਸਮੇਂ ਨੂੰ ਸ਼ਰਨ ਕੌਰ ਸਾਵਧਾਨ ਹੋ ਚੁੱਕੀ ਸੀ। ਪਠਾਣੀ ਦੇਸ਼ ਵਿੱਚ ਪਲੀ ਬਹਾਦਰ ਸ਼ਰਨ ਕੌਰ ਮਰਦ ਨਾਲੋਂ ਜ਼ਿਆਦਾ ਬਲ ਰੱਖਦੀ ਸੀ। ਉਸਦੇ ਕੋਲ ਵੀ ਖੰਜਰ ਸੀ, ਪਰ ਉਸਨੂੰ ਮਿਆਨ ਵਿੱਚੋਂ ਖੰਜਰ ਕੱਢਣ ਦਾ ਸਮਾਂ ਨਹੀਂ ਸੀ ਮਿਲਿਆ। ਚੰਗੇ ਗੱਤਕੇਬਾਜ਼ ਤੇ ਪਹਿਲਵਾਨ ਦੀ ਤਰ੍ਹਾਂ ਧਿਆਨ ਸਿੰਘ ਦੀਆਂ ਅੱਖਾਂ ਵਿੱਚ ਅੱਖਾਂ ਗੱਡੀਆਂ, ਸਰੀਰ ਦੇ ਬਲ ਨੂੰ ਇਕੱਠਾ ਕੀਤਾ, ਧਿਆਨ ਸਿੰਘ ਨਾਲ ਟਾਕਰਾ ਕਰਨ ਲੱਗੀ। ਜਿਉਂ ਹੀ ਧਿਆਨ ਸਿੰਘ ਨੇ ਖੰਜਰ ਵਾਲਾ ਹੱਥ ਅੱਗੇ ਵਧਾਇਆ, ਤਿਉਂ ਹੀ ਸ਼ਰਨ ਕੌਰ ਨੇ ਉਛਲ ਕੇ ਉਸ ਖੰਜਰ ਵਾਲੇ ਹੱਥ ਦੇ ਗੁੱਟ ਨੂੰ ਘੁੱਟ ਲਿਆ। ਦੋਵੇਂ ਲੋਹੇ ਵਾਂਗ ਆਕੜ ਕੇ ਖਲੋ ਗਏ। ਕਿਸੇ ਦਾ ਪੈਰ ਅੱਗੇ ਪਿੱਛੇ ਨਾ ਹੋਇਆ। ਧਿਆਨ ਸਿੰਘ ਯਤਨ ਕਰਨ ਲੱਗਾ ਕਿ ਸ਼ਰਨ ਕੌਰ ਦੇ ਸੀਨੇ ਵਿੱਚ ਖੰਜਰ ਮਾਰੇ ਤੇ ਉਸਨੂੰ ਸਦਾ ਵਾਸਤੇ ਚਿੱਤ ਕਰ ਦੇਵੇ। ਸ਼ਰਨ ਕੌਰ ਇਸ ਯਤਨ ਵਿੱਚ ਸੀ ਕਿ ਉਹ ਆਪ ਵੀ ਬਚੇ ਤੇ ਧਿਆਨ ਸਿੰਘ ਨੂੰ ਵੀ ਨਾ ਮਾਰੇ। 10-15 ਮਿੰਟ ਦੇ ਕਰੜੇ ਘੋਲ ਪਿੱਛੋਂ ਸ਼ਰਨ ਕੌਰ ਨੂੰ ਇਹ ਫੁਰਿਆ, ਜਿਸ ਨਾਲ ਧਿਆਨ ਸਿੰਘ ਧੜੰਮ ਕਰਦਾ ਫਰਸ਼ ਉੱਤੇ ਡਿੱਗ ਪਿਆ।
ਸ਼ਰਨ ਕੌਰ ਸ਼ੇਰਨੀ ਦੀ ਤਰ੍ਹਾਂ ਕੁੱਦ ਕੇ ਉਸਦੀ ਹਿੱਕ ਉੱਤੇ ਬੈਠ ਗਈ। ਖੰਜਰ ਹੱਥੋਂ ਖੋਹ ਲਿਆ। ਸੱਜੇ ਹੱਥ ਵਿੱਚ ਨੰਗੇ ਖੰਜਰ ਨੂੰ ਉੱਚਾ ਕਰਕੇ ਧਿਆਨ ਸਿੰਘ ਦੇ ਫਰੇਬੀ ਸੀਨੇ ਵਿੱਚ ਮਾਰਨ ਲੱਗੀ ਤਾਂ ਧਿਆਨ ਸਿੰਘ ਦੀਆਂ ਅੱਖਾਂ ਦੇਖ ਨਾ ਸਕੀਆਂ। ਉਸ ਦਾ ਸਰੀਰ ਨਿਰਬਲ ਹੋ ਗਿਆ। ਉਸਨੂੰ ਜੀਵਨ ਦੀ ਆਸ ਮੁੱਕਦੀ ਦਿਸੀ, ਪਰ ਉਹ ਚਲਾਕ ਬਹੁਤ ਸੀ। ਇੱਕ ਰਾਜਨੀਤਕ ਚਲਾਕੀ ਸੁੱਝੀ। ਉਸਨੇ ਤਰਲੇ ਤੇ ਲਹਿਜ਼ੇ ਵਿੱਚ ਆਖਿਆ, ਬੇਟੀ, ਬਸ ਤੂੰ ਮੇਰੀ ਪੁੱਤਰੀ ਹੈ, ਆਪਣੇ ਬਾਪ ਨੂੰ ਜਾਨੋਂ ਨਾ ਮਾਰ। ਮੈਂ ਪਰਖਣ ਵਾਸਤੇ ਇਹ ਬਨਾਉਟੀ ਨਾਟਕ ਰਚਿਆ ਸੀ। ਮੈਂ ਦੇਖਣਾ ਚਾਹੁੰਦਾ ਸੀ ਕਿ ਬੀਬੀ ਸ਼ਰਨ ਕੌਰ ਸੱਚਮੁੱਚ ਬਹਾਦਰ, ਫੁਰਤੀਲੀ ਤੇ ਸਤਵੰਤੀ ਹੈ। ਮੇਰੇ ਸਾਰੇ ਭਰਮ ਦੂਰ ਹੋ ਗਏ ਨੇ। ਦੇਵੀ, ਹੁਣ ਮੇਰੀ ਜਾਨ ਬਖਸ਼। ਮਹਾਰਾਜੇ ਵੱਲੋਂ ਕੋਈ ਮੌਤ ਡੰਨ ਦਾ ਹੁਕਮ ਨਹੀਂ ਆਇਆ। ਮੈਨੂੰ ਖਿਮਾ ਕਰਨੀ, ਮੈਂ ਝੂਠ ਬੋਲਿਆ। ਤੇਰਾ ਪਤੀ ਠੀਕ ਹੈ, ਉਹ ਸਰਦਾਰਾਂ ਦੇ ਨਾਲ ਸ਼ਿਕਾਰ ਖੇਡਣ ਗਿਆ ਹੈ। ਪੁੱਤਰੀ, ਹੱਥ ਹੇਠਾਂ ਕਰ ਲੈ, ਮੈਨੂੰ ਖਿਮਾ ਕਰ, ਮੇਰੀ ਜਾਨ ਬਖਸ਼। ਨਹੀਂ, ਤੇਰੇ ਜਿਹੇ ਧਰੋਹੀ, ਅਧਰਮੀ, ਕਾਮੀ ਨੂੰ ਮੈਂ ਪਿਤਾ ਨਹੀਂ ਮੰਨ ਸਕਦੀ। ਤੇਰਾ ਮਰਨਾ ਹੀ ਚੰਗਾ ਹੈ। ਤੂੰ ਬਦਲਾ ਲੈਣੋਂ ਢਿੱਲ ਨਹੀਂ ਕਰਨੀ। ਸ਼ਰਨ ਕੌਰ ਦਾ ਉੱਤਰ ਸੀ, ਨਹੀਂ ਪੁੱਤਰੀ, ਮੈਂ ਪਰਮਾਤਮਾ ਦੀ ਕਸਮ ਖਾਂਦਾ ਹਾਂ, ਮੈਂ ਬਦਲਾ ਨਹੀਂ ਲਵਾਂਗਾ। ਤੈਨੂੰ ਤੇ ਤੇਰੇ ਪਤੀ ਨੂੰ ਕਦੀ ਨੁਕਸਾਨ ਨਹੀਂ ਪਹੁੰਚਾਵਾਂਗਾ। ਮੇਰੀ ਜਾਨ ਬਖਸ਼। ਮੈਂ ਕੋੜੀ ਹੋ ਕੇ ਮਰਾਂ ਜੇ ਮਾੜਾ ਚਿਤਵਾਂ। ਸਗੋਂ ਮੈਂ ਹੋਰ ਖਿਮਾ ਮੰਗਦਾ ਹਾਂ ਕਿ ਜਦੋਂ ਸਰਕਾਰ ਆਵੇ ਤਦੋਂ ਉਹਨਾਂ ਨੂੰ ਇਸ ਘਟਨਾ ਬਾਰੇ ਕੁਝ ਨਾ ਦੱਸਣਾ। ਮੇਰੀਆਂ ਚਿੱਠੀਆਂ ਵੀ ਨਾ ਪ੍ਰਗਟ ਕਰਨੀਆਂ। ਮੈਂ ਮਾਰਿਆ ਜਾਵਾਂਗਾ। ਮੈਂ ਇੱਕ ਮੰਗਤੇ ਦੀ ਤਰ੍ਹਾਂ ਭਿੱਖਿਆ ਮੰਗਦਾ ਹਾਂ। ਪੁੱਤਰੀ, ਮੇਰੇ ਉੱਤੇ ਤਰਸ ਕਰ, ਮੈਨੂੰ ਜਾਨੋਂ ਨਾ ਮਾਰ। ਧਿਆਨ ਸਿੰਘ ਦਾ ਇਹ ਤਰਲਾ ਸੁਣ ਕੇ ਬਹਾਦਰ ਸ਼ਰਨ ਕੌਰ ਦਾ ਦਿਲ ਨਰਮ ਹੋ ਗਿਆ। ਉਸਨੇ ਖੰਜਰ ਨੀਵਾਂ ਕਰ ਲਿਆ, ਪਰ ਨੀਤੀ ਤੋਂ ਕੰਮ ਲਿਆ। ਉਸਨੇ ਜੀਵਨ ਤਜਰਬੇ ਤੋਂ ਸਿੱਖਿਆ ਹਾਸਲ ਕੀਤੀ ਹੋਈ ਸੀ ਕਿ ਪਾਪੀ ਤੇ ਖੂਨੀ ਦੁਸ਼ਮਣ ਦੀਆਂ ਗੱਲਾਂ ਜਾਂ ਕਸਮਾਂ ਉੱਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ। ਜੋ ਦੁਸ਼ਟ ਆਤਮਾ ਨੂੰ ਖਿਮਾ ਕੀਤਾ ਜਾਏ ਤਾਂ ਆਪਣਾ ਬਚਾਅ ਪਹਿਲਾਂ ਕਰ ਲੈਣਾ ਚਾਹੀਦਾ ਹੈ। ਸ਼ਰਨ ਕੌਰ ਨੂੰ ਜਿੰਨਾ ਆਪਣੇ ਬਲ ਤੇ ਧਰਮ ਉੱਤੇ ਭਰੋਸਾ ਸੀ, ਆਪਣੇ ਜਾਸੂਸੀ ਦੇ ਹਥਿਆਰਾਂ ਉੱਤੇ ਵੀ ਮਾਣ ਸੀ। ਇਹਨਾਂ ਚੀਜ਼ਾਂ ਦੇ ਆਸਰੇ ਹੀ ਉਹ ਨਿਰਭਉ ਹਰ ਥਾਂ ਚਲੀ ਜਾਂਦੀ ਸੀ। ਖੰਜਰ ਨੂੰ ਸੱਜੇ ਹੱਥ ਵਿੱਚ ਹੀ ਰੱਖਦਿਆਂ ਹੋਇਆਂ ਖੱਬੇ ਹੱਥ ਨਾਲ ਜੇਬ ਵਿੱਚੋਂ ਉਹ ਰੁਮਾਲ ਕੱਢਿਆ ਜਿਸ ਨੂੰ ਕਿਸੇ ਮਨੁੱਖ ਦੀਆਂ ਨਾਸਾਂ ਕੋਲ ਕੀਤਿਆਂ ਮਨੁੱਖ ਨੂੰ ਬੇਸੁਰਤ ਕੀਤਾ ਜਾਂਦਾ ਸੀ। ਉਸ ਰੁਮਾਲ ਨੂੰ ਬਾਹਰ ਕੱਢ ਕੇ ਛੇਤੀ ਨਾਲ ਧਿਆਨ ਸਿੰਘ ਦੀਆਂ ਨਾਸਾਂ ਘੁੱਟ ਲਈਆਂ। 2 ਕੁ ਵਾਰ ਤੜਫ ਕੇ ਉਹ ਠੰਡਾ ਹੋ ਗਿਆ। ਜਦੋਂ ਉਹ ਹਿੱਲਣ ਜੋਗਾ ਨਾ ਰਿਹਾ ਤਾਂ ਸ਼ਰਨ ਕੌਰ ਉੱਠ ਬੈਠੀ, ਖੰਜਰ ਨੂੰ ਆਪਣੇ ਕੋਲ ਲੁਕੋ ਲਿਆ। ਬੇਸੁਰਤ ਹੋਏ ਧਿਆਨ ਸਿੰਘ ਨੂੰ ਲੱਤੋਂ ਫੜ ਕੇ ਖਿੱਚਿਆ ਤੇ ਇੱਕ ਪਾਸੇ ਕਰਕੇ ਹੱਸੀ, ਖੂਬ ਹੱਸੀ। ਹੱਸਦਿਆਂ ਹੋਇਆਂ ਆਪ ਮੁਹਾਰੀ ਬੋਲੀ, ਮੂਰਖ, ਤੂੰ ਸ਼ਰਨ ਕੌਰ ਨੂੰ ਸਮਝ ਨਾ ਸਕਿਆ। ਜੋ ਸ਼ਰਨ ਕੌਰ ਪਠਾਣਾਂ ਦੇ ਕੰਨ ਕਤਰ ਸਕਦੀ ਹੈ, ਉਹ ਧਿਆਨ ਸਿੰਘ ਵਰਗਿਆਂ ਨੂੰ ਕੀ ਜਾਣਦੀ ਹੈ। ਆਪਣੇ ਆਪ ਨੂੰ ਸੰਭਾਲ ਕੇ ਸ਼ਰਨ ਕੌਰ ਨੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਚੁੱਪਚਾਪ ਹਵੇਲੀ ਵਿੱਚੋਂ ਬਾਹਰ ਨਿਕਲ ਕੇ ਕਿਲ੍ਹੇ ਵਿੱਚ ਜਾ ਪੁੱਜੀ। ਦੁਸ਼ਮਣ ਨੂੰ ਖਾਲਸਾ ਰਾਜ ਦੀਆਂ ਸਰਹੱਦਾਂ ਤੋਂ ਦੂਰ ਕਰਕੇ ਸ਼ੇਰੇ ਪੰਜਾਬ ਵਾਪਸ ਲਾਹੌਰ ਪੁੱਜੇ। ਭਾਵੇਂ ਦੁਸ਼ਮਣਾਂ ਨਾਲ ਘਮਸਾਨ ਲੜਾਈ ਲੜੀ ਗਈ, ਇੱਕ ਸਰਦਾਰ ਹਰੀ ਸਿੰਘ ਨਲੂਏ ਬਦਲੇ ਹਜ਼ਾਰਾਂ ਪਠਾਣਾਂ ਤੇ ਮੁਗਲਾਂ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ ਗਿਆ। ਹਕੂਮਤ ਕਾਬਲ ਹਿੰਦੁਸਤਾਨ ਵੱਲ ਤੱਕਣ ਦੇ ਕਾਬਲ ਵੀ ਨਾ ਰਹੀ। ਫਿਰ ਵੀ ਸਰਦਾਰ ਹਰੀ ਸਿੰਘ ਨਲੂਏ ਦੇ ਵਿਛੋੜੇ ਨੇ ਖਾਲਸਾ ਰਾਜ ਦੀ ਸ਼ਕਤੀ ਨੂੰ ਜੋ ਘਾਟਾ ਪਾਇਆ, ਉਹ ਕਦੀ ਨਾ ਪੂਰਾ ਹੋਣ ਵਾਲਾ ਸੀ। ਉਸ ਮਹਾਨ ਘਾਟੇ ਨੇ ਸ਼ੇਰੇ ਪੰਜਾਬ ਦੇ ਦਿਲ ਉੱਤੇ ਬਹੁਤ ਅਸਰ ਪਾਇਆ। ਉਹਨਾਂ ਦੇ ਚਿਹਰੇ ਉੱਤੋਂ ਗੰਭੀਰਤਾ ਤੇ ਉਦਾਸੀ ਦੇ ਚਿੰਨ੍ਹ ਨਾ ਮਿਟੇ। ਫਿਰ ਵੀ ਰਾਜ-ਕਾਜ ਕਰਨ ਵਾਸਤੇ ਹੌਸਲੇ ਤੇ ਮੁਸਕਰਾਹਟ ਦੀ ਲੋੜ ਹਰ ਮਹਾਰਾਜੇ ਜਾਂ ਸਮਰਾਟ ਨੂੰ ਹੁੰਦੀ ਹੈ। ਇਸ ਵਾਸਤੇ ਕਿਲ੍ਹੇ ਵਿੱਚ ਦਾਖਲ ਹੁੰਦਿਆਂ ਹੀ ਸਰਕਾਰ ਨੇ ਹੁਕਮ ਦਿੱਤਾ ਕਿ ਇੱਕ ਆਲੀਸ਼ਾਨ ਦਰਬਾਰ ਕੀਤਾ ਜਾਵੇ। ਉਸ ਦਰਬਾਰ ਵਿੱਚ ਸ਼ਹਿਰੀ ਤੇ ਫੌਜੀ ਸਰਦਾਰ ਬੁਲਾਏ ਜਾਣ। ਹੁਕਮ ਦੀ ਪਾਲਣਾ ਹੋ ਗਈ। ਦੀਵਾਨੇ ਆਮ ਵਿੱਚ ਦਰਬਾਰ ਸਜਾਇਆ ਗਿਆ। ਮਹਾਰਾਜਾ ਸਾਹਿਬ ਮੋਤੀ ਹੀਰੇ ਜੜਤ ਸੁਨਹਿਰੀ ਤਖ਼ਤ ਉੱਤੇ ਆ ਬਿਰਾਜੇ। ਹੋਰ ਕਾਰਵਾਈ ਹੋ ਚੁੱਕਣ ਪਿੱਛੋਂ ਲੜਾਈ ਵਿੱਚ ਬਹਾਦਰੀਆਂ ਕਰਨ ਵਾਲਿਆਂ ਨੂੰ ਇਨਾਮ ਤੇ ਜਗੀਰਾਂ ਵੰਡਣ ਦਾ ਸਮਾਂ ਆਇਆ। ਸਰਦਾਰ ਮਹਾਂ ਸਿੰਘ ਜੀ ਵਰਗੇ ਬਹਾਦਰਾਂ ਨੂੰ ਜਾਗੀਰ ਬਖਸ਼ਣ ਪਿੱਛੋਂ ਸ਼ੇਰੇ ਪੰਜਾਬ ਨੇ ਭੀਮ ਬਲੀ ਸਿੰਘ ਤੇ ਬਹਾਦਰ ਸ਼ਰਨ ਕੌਰ ਨੂੰ ਆਪਣੇ ਸਨਮੁਖ ਸੱਦਿਆ। ਬਹਾਦਰ ਤੇ ਰਾਜ ਦੀ ਵਫਾਦਾਰ ਜੋੜੀ ਜਦੋਂ ਮਹਾਰਾਜੇ ਦੇ ਕੋਲ ਪੁੱਜੀ ਤਾਂ ਮਹਾਰਾਜੇ ਨੇ ਭਰੇ ਦਰਬਾਰ ਵਿੱਚ ਇਉਂ ਫਰਮਾਇਆ, ਸਤਿਕਾਰਯੋਗ ਦਰਬਾਰੀਓ, ਖਾਲਸਾ ਰਾਜ ਦੇ ਸਹਾਇਕੋ ਤੇ ਪ੍ਰੇਮੀਓ, ਇਸ ਬਹਾਦਰ ਬੀਬੀ ਸ਼ਰਨ ਕੌਰ ਨੇ ਜੋ ਖਾਲਸਾ ਰਾਜ ਦੀ ਸੇਵਾ ਕੀਤੀ ਹੈ, ਇਹ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਜਿਸ ਤਰ੍ਹਾਂ ਘਰੇਲੂ ਜੀਵਨ ਇਸਤਰੀ ਦੀ ਹਮਦਰਦੀ, ਸਾਂਝ ਤੇ ਹਿੰਮਤ ਬਿਨਾਂ ਸੁੱਖਾਂ ਭਰਿਆ ਨਹੀਂ ਹੋ ਸਕਦਾ,
ਤਿਵੇਂ ਰਾਜ ਨੂੰ ਪੱਧਰ ਉੱਤੇ ਚਲਾਉਣ ਲਈ ਬਹਾਦਰ ਸ਼ਰਨ ਕੌਰ ਜਿਹੀਆਂ ਮਹਾਨ ਇਸਤਰੀਆਂ ਦੀ ਲੋੜ ਹੈ। ਬਹਾਦਰ, ਨਿਰਭੈ ਅਤੇ ਅਕਲਮੰਦ ਦੇਵੀ ਜਿੱਥੇ ਆਪਣੇ ਜੀਵਨ ਰਾਖੀ ਕਰ ਸਕਦੀ ਹੈ, ਉੱਥੇ ਕੌਮ, ਦੇਸ਼ ਤੇ ਧਰਮ ਦੀ ਸੇਵਾ ਕਰਨ ਦੇ ਯੋਗ ਬਣ ਜਾਂਦੀ ਹੈ। ਸਾਡਾ ਇਤਿਹਾਸ ਗਵਾਹ ਹੈ ਕਿ ਸਿੰਘਾਂ ਦੀਆਂ ਸਿੰਘਣੀਆਂ ਨੇ ਧਰਮ ਬਦਲੇ ਵੱਧ ਚੜ੍ਹ ਕੇ ਕੁਰਬਾਨੀਆਂ ਕੀਤੀਆਂ। ਪੰਜਾਬ ਦੀ ਹਰ ਦੇਵੀ ਨੂੰ ਬੀਬੀ ਸ਼ਰਨ ਕੌਰ ਵਾਂਗ ਬਹਾਦਰ ਤੇ ਚੰਗੇਰੀ ਸੂਝ ਵਾਲੀ ਬਣਨਾ ਚਾਹੀਦਾ ਹੈ। ਇਹਨਾਂ ਦੀਆਂ ਬਹਾਦਰੀਆਂ ਤੇ ਕੁਰਬਾਨੀਆਂ ਬਦਲੇ ਖਾਲਸਾ ਰਾਜ ਵੱਲੋਂ ਦੋਹਾਂ ਜੀਆਂ ਨੂੰ 4-4 ਹਜ਼ਾਰ ਸਾਲਾਨਾ ਦੀ ਜਾਗੀਰ ਦਿੱਤੀ ਜਾਂਦੀ ਹੈ। ਰਾਜ ਦੇ ਗੁਪਤ ਤੇ ਪੜਤਾਲੀਏ ਮਹਿਕਮੇ ਵਿੱਚ ਅਫਸਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਮਹਾਰਾਜ ਦਾ ਇਹ ਫੁਰਮਾਨ ਸੁਣ ਕੇ ਬੀਬੀ ਸ਼ਰਨ ਕੌਰ ਤੇ ਭੀਮ ਸਿੰਘ ਬੇਅੰਤ ਖੁਸ਼ ਹੋਏ। ਸਾਰਾ ਦਰਬਾਰ ਤਾੜੀਆਂ ਤੇ ਜੈਕਾਰਿਆਂ ਨਾਲ ਉਹਨਾਂ ਦੀ ਵਡਿਆਈ ਤੇ ਉਪਮਾ ਕਰਨ ਲੱਗਾ। ਉਸ ਖੁਸ਼ੀ ਵਿੱਚ ਫਰੇਬੀ ਧਿਆਨ ਸਿੰਘ ਵੀ ਸ਼ਾਮਲ ਸੀ, ਜੋ ਬੀਬੀ ਸ਼ਰਨ ਕੌਰ ਵੱਲ ਅੱਖ ਚੁੱਕ ਕੇ ਨਹੀਂ ਸੀ ਦੇਖ ਸਕਦਾ। ਉਹਦਾ ਫਰੇਬੀ ਤੇ ਪਾਪੀ ਮਨ ਸ਼ਰਮ ਦੇ ਭਾਰ ਨਾਲ ਧਰਤੀ ਵੱਲ ਹੀ ਝੁਕਾ ਰਿਹਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।